हेलो एवरीवन, वेलकम बैक टू अवर चैनल सीबीसी अकेडमी अबोर। मैं हाँ अरुण तनेजा। ਅੱਜ ਆਪਾਂ ਸਟਾਰਟ ਕਰਾਂਗੇ ਮੋਸਟ ਇੰਪੋਰਟੈਂਟ ਜੀਐਸ ਕੁਐਸਚਨ ਫॉर ਪੀਸੀਐਸ 2020। ਜੀ ਮੈਂ ਤੁਹਾਨੂੰ ਦੱਸਿਆ ਕਿ ਅੱਗੇ ਦੋ ਪਾਰਟ ਆਪਾਂ ਕਰਵਾ ਚੁੱਕੇ ਹਾਂ। ਉਹਦੇ ਵਿੱਚ ਆਪਾਂ ਪ੍ਰੋਪਰ ਡਿਟੇਲ ਐਕਸਪਲੇਨੇਸ਼ਨ ਕੀਤੀ ਹੈ ਹਰ ਇੱਕ ਕੁਐਸਚਨ ਦੀ। ਉਹ ਸਾਰੀਆਂ ਵੀਡੀਓਜ਼ ਦੇਖੋ ਤਾਂ ਹੀ ਤੁਹਾਨੂੰ ਅੱਗੇ ਹੋਰ ਵੀ ਬੈਨੀਫਿਟਸ ਹੋਣਗੇ ਜਿਹੜਾ ਆਪਣਾ ਪੀਸੀਐਸ 2020 ਆ ਰਿਹਾ। कुछ ना कुछ कंसैप्ट्स ਉਹਦੇ ਨਾਲ ਇੰਟਰਲੇਟਡ ਹੋਣਗੇ। ਸੋ ਸਾਰੀਆਂ ਵੀਡੀਓਜ਼ ਵੇਖੋ, ਇਹ ਚੈਨਲ ਨੂੰ ਸਬਸਕ੍ਰਾਈਬ ਕਰੋ। ਸੋ ਆਪਾਂ ਸਟਾਰਟ ਕਰਦੇ ਹਾਂ। ਸੋ ਵਿਚ ਵਨ ਆਫ ਦ ਫੋਲੋਇੰਗ ਸਕ੍ਰਿਪਟਸ ਆਫ ਦ ਐਂਸ਼ੀਐਂਟ ਇੰਡੀਆ ਵਾਜ਼ ਰਿਟਨ ਰਾਈਟ ਟੂ ਲੈਫਟ। ਕਿਹੜੀ ਸਕ੍ਰਿਪਟ ਹੈ ਜੀ ਸੀਗੀ ਜਿਹੜੀ ਰਾਈਟ ਟੂ ਲੈਫਟ ਲਿਖੀ ਜਾਂਦੀ ਸੀਗੀ। ਹੁਣ ਦੀਆਂ ਜਿਹੜੀਆਂ ਸਕ੍ਰਿਪਟਸ ਹੈ ਜਾਂ ਕਹਿ ਸਕਦੇ ਹਾਂ ਰੋਮਨ ਲਿਪੀ ਹੈ ਜਾਂ ਪੰਜਾਬੀ ਲਿਪੀ ਹੈ, ਇਹ ਸਾਰੀਆਂ ਲਿਪੀਆਂ ਲੈਫਟ ਟੂ ਰਾਈਟ ਲਿਖੀਆਂ ਜਾਂਦੀਆਂ। ਉਸ ਟਾਈਮ ਤੇ ਕਿਹੜੀ ਸਕ੍ਰਿਪਟ ਹੈ ਜੀ ਸੀ ਜਿਹੜੀ ਰਾਈਟ ਟੂ ਲੈਫਟ ਲਿਖੀ ਜਾਂਦੀ ਸੀਗੀ। मैं ਤੁਹਾਨੂੰ ਦੱਸਣਾ ਚਾਹੁੰਦਾ 2019 BPSC ਦਾ ਕੁਐਸਚਨ ਹੈ, ਸਟੇਟ PCS ਦਾ ਕੁਐਸਚਨ ਹੈ। ਇਸ ਲਈ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਰਵਾ ਰਿਹਾ। ਮੈਂ ਤੁਹਾਨੂੰ ਦੱਸ ਰਿਹਾ ਜੀ ਜਿੰਨਾ ਵੀ ਕੰਟੈਂਟ ਕਰਾਂਗੇ ਆਪਾਂ PCS ਪੁਆਇੰਟ ਆਫ ਵਿਊ ਤੋਂ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਰੈਲੇਵੈਂਟ ਕੰਟੈਂਟ ਕਰਾਂਗੇ। ਸੋ ਪਹਿਲਾ ਜਿਹੜਾ ਆਪਣਾ ਆਪਸ਼ਨ ਹੈ ਉਹ ਹੈ ਬ੍ਰਹਮੀ, ਸੈਕਿੰਡ ਆਪਸ਼ਨ ਹੈ ਸ਼ਰਦ, ਥਰਡ ਹੈ ਖਰੋਸ਼ਟੀ, ਫਿਰ ਨੰਦ ਨਗਰੀ। ਸੋ ਆਪਣਾ ਰਹੂਗਾ ਆਨਸਰ ਖਰੋਸ਼ਟੀ। ਖਰੋਸ਼ਟੀ ਸਕ੍ਰਿਪਟ ਹੈ ਜਿਹੜੀ ਜਿਹੜੀ ਮੇਜਰਲੀ ਕਦੋਂ ਫਾਰਮ ਹੋਈ ਸੀ ਕਿ ਅਸ਼ੋਕਾ ਦੇ ਟਾਈਮ ਤੇ ਸਾਰੀਆਂ ਸਕ੍ਰਿਪਟ ਆਈਆਂ ਸੀ। ਹੋਂਦ ਦੇ ਵਿੱਚ ਬ੍ਰਹਮੀ, ਸ਼ਰਦਾ, ਖਰੋਸ਼ਟੀ, ਨੰਦਗਿਰੀ। ਮੈਂ ਤੁਹਾਨੂੰ ਦੱਸਣਾ ਜਿਹੜੀ ਖਰੋਸ਼ਟੀ ਸਕ੍ਰਿਪਟ ਹੈ ਉਹੀ ਇੱਕ ਸਕ੍ਰਿਪਟ ਹੈ ਚਾਰਾ ਸਕ੍ਰਿਪਟ ਦੇ ਜਿਹੜੀ ਰਾਈਟ ਟੂ ਲੈਫਟ ਲਿਖੀ ਜਾਂਦੀ ਹੈ। ਆਪਾਂ ਐਕਸਪਲੇਨੇਸ਼ਨ ਪੜ੍ਹਦੇ ਹਾਂ ਇਹਦੀ ਕੀ ਹੈ। ਖਰੋਸ਼ਟੀ ਸਕ੍ਰਿਪਟ ਫਾਊਂਡ ਇਨ ਦ ਨਿਊ ਪਾਕਿਸਤਾਨ ਰੀਜਨ ਇਜ਼ ਰਿਟਨ ਫਰੋਮ ਦ ਰਾਈਟ ਟੂ ਲੈਫਟ ਵਿਚ ਇਜ਼ evolved on the ਵਰਮਮਾਲਾ system of the Indian language. It was deciphered by the James Prinsep, which in turn led to the reading of Ashoka Dicts. The Brahmi script is written to left to right. मैं ਤੁਹਾਨੂੰ ਦੱਸਿਆ ਜੀ ਜਿਹੜੀ ਇਹ ਸਕ੍ਰਿਪਟ ਨੂੰ ਡੈਸੀਫਰ ਕਿਹਨੇ ਕੀਤਾ ਸੀਗਾ। ਡੈਸੀਫਰ ਕਰਨ ਦਾ ਮਤਲਬ ਹੁੰਦਾ ਹੈ ਸਕ੍ਰਿਪਟ ਨੂੰ ਮਤਲਬ ਐਕਚੁਅਲ ਕਦੋਂ ਫਾਰਮ ਦੇ ਡੀਕੋਡ ਕਿਹਨੇ ਕੀਤਾ ਸੀ। ਡੈਸੀਫਰ ਦਾ ਮਤਲਬ ਹੁੰਦਾ ਡੀਕੋਡ ਕਿਹਨੇ ਕੀਤਾ ਸੀਗਾ। ਉਹ ਕੀਤਾ ਸੀਗਾ ਜੇਮਸ ਪ੍ਰਿੰਸੈਪ ਨੇ। ਮੈਂ ਤੁਹਾਨੂੰ ਕਹਿਣਾ ਚਾਹੂੰਗਾ ਜਦੋਂ ਵੀ ਤੁਸੀਂ ਇਹ ਲੈਕਚਰ ਵੇਖ ਰਹੇ ਹੋ ਕਾਪੀ ਪੈਨ ਆਪਦੇ ਕੋਲ ਰੱਖੋ। ਸੋ ਇਸ ਸਕ੍ਰਿਪਟ ਨੂੰ ਡੈਸੀਫਰ ਕਿਹਨੇ ਕੀਤਾ ਸੀਗਾ। ਡੈਸੀਫਰ ਕੀਤਾ ਸੀਗਾ ਜੇਮਸ ਪ੍ਰਿੰਸੈਪ ਨੇ। ਕਿਹੜੀ ਸਕ੍ਰਿਪਟ ਹੈ ਰਾਈਟ ਟੂ ਲੈਫਟ ਲਿਖੀ ਜਾਂਦੀ ਹੈ ਖਰੋਸ਼ਟੀ। ਜਿਹੜੀਆਂ ਬਾਕੀ ਸਕ੍ਰਿਪਟ ਹੈ ਤਿੰਨੇ ਉਹ ਲੈਫਟ ਟੂ ਰਾਈਟ ਲਿਖੀਆਂ ਜਾਂਦੀਆਂ। ਇਹਦੇ ਸਭ ਨਾਲ ਇੰਪੋਰਟੈਂਟ ਕਿਹੜੀ ਹੈ ਬ੍ਰਹਮੀ ਸਕ੍ਰਿਪਟ, ਉਹ ਲਿਖੀ ਜਾਂਦੀ ਹੈ ਲੈਫਟ ਟੂ ਰਾਈਟ। ਇਹ ਕਦੋਂ ਫਾਰਮਡ ਹੋਈਆਂ ਸੀ ਸਾਰੀਆਂ ਸਕ੍ਰਿਪਟ। ਇਹ ਸਾਰੀਆਂ ਸਕ੍ਰਿਪਟ ਜਿਹੜੀਆਂ ਅਸ਼ੋਕਾ ਦੇ ਟਾਈਮ ਤੇ ਹੋਈਆਂ ਸੀਗੀਆਂ। ਅਸ਼ੋਕਾ ਦਾ ਟਾਈਮ ਕਦੋਂ ਸੀਗਾ 200 BC ਦੇ ਅਰਾਊਂਡ ਅਸ਼ੋਕਾ ਦਾ ਟਾਈਮ ਸੀਗਾ। ਸੋ ਸਾਰੀਆਂ ਚੀਜ਼ਾਂ ਆਪਾਂ ਯਾਦ ਰੱਖਣੀਆਂ। ਸੋ ਆਪਾਂ ਨੈਕਸਟ ਪੜ੍ਹਦੇ ਹਾਂ। So Milinda Pano is a form of dialogue between the King Menander and the Buddhist monk। हाँ जी, मिलिंदा पानो एक बुक है, एक डायलॉग सीगा, एक डिस्कोर्स सीगा, कह सकते हैं गोस्ट सीगा। गोस्ट किहदे विचकार होया सीगा। एक तो होया सी मनिएंडर किंग सीगा। ये चर्चा होई सी कि गोस्ट नूं चर्चा भी कहा जाता। एक चर्चा होई सी कि किंग मनिएंडर दे विचकार ते दूजा किहड़ा बंदा सीगा। ਉਹ ਦੂਜਾ ਬੰਦਾ ਸੀਗਾ ਨਾਗ ਸੈਨਾ ਦੇ ਨਾਲ ਹੋਈ ਸੀ ਕਿ ਡਿਸਕੋਰਸ। ਮਿਲਿੰਦਾ ਪਾਨੋ ਇੱਕ ਬੁੱਕ ਹੈ ਜਿਹਦੇ ਵਿੱਚ ਡਿਸਕੋਰਸ ਦਰਜ ਹੈ। ਕਿਹਦੇ ਡਿਸਕੋਰਸ ਦਰਜ ਹੈ ਕਿੰਗ ਮਨਿਐਂਡਰ ਤੇ ਨਾਗ ਸੈਨਾ। ਕੱਲ ਨੂੰ ਇਹ ਵੀ ਪੁੱਛਿਆ ਜਾ ਸਕਦਾ ਆਪਾਂ ਨੂੰ ਨਾਗ ਸੈਨਾ ਦੇ ਦਿੱਤਾ ਜਾਵੇਗਾ ਤੇ ਉਹਦੇ ਓਪੋਜ਼ਿਟ ਪੁੱਛ ਲਿਆ ਜਾਊਗਾ ਕਿਹਦੇ ਨਾਲ ਹੈ ਤਾਂ ਉਹਦਾ ਆਨਸਰ ਆ ਜਾਊਗਾ ਮਿਲਿੰਦਾ ਪਾਨੋ ਦੇ। ਹਾਂਜੀ, ਆਪਾਂ ਥੋੜੀ ਜਿਹੀ ਅੱਗੇ ਡੈਫੀਨੇਸ਼ਨ ਪੜ੍ਹਦੇ ਐਕਸਪਲੇਨੇਸ਼ਨ ਪੜ੍ਹਦੇ ਹਾਂ। ਮਿਲਿੰਦਾ ਪਾਨੋ ਵਾਜ਼ ਨੋਟ ਰਿਟਨ ਬਾਈ ਵਨ ਪਰਸਨ। ਇਟ ਇਜ਼ ਦ ਕਲੈਕਸ਼ਨ ਆਫ ਵਰਕ ਇਨ ਅ ਡਾਇਲੋਗ ਫਾਰਮ ਬਿਟਵੀਨ ਦ ਇੰਡੋ ਗ੍ਰੀਕ ਕਿੰਗ ਮਿਲਿੰਦਾ and the Buddhist sage Nagsena. Nagarjuna widely considered as one of the most important Mahayana philosopher। ਇਹ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ ਹੈ ਵੀ ਨਾਗ ਸੈਨਾ ਦੇ ਨਾਲ ਉਹਦਾ ਡਿਸਕੋਰਸ ਹੋਇਆ ਸੀਗਾ, ਉਹਦੇ ਵਿੱਚ ਦਰਜ ਹੈ। ਪਰ ਜਿਹੜਾ ਨਾਗ ਅਰਜੁਨਾ ਜਿਹਦੇ ਵਿੱਚ ਆਪਸ਼ਨ ਦੇ ਵਿੱਚ ਦਿੱਤਾ ਹੋਇਆ ਇੱਕ ਵਨ ਆਫ ਦਾ ਮੋਸਟ ਇੰਪੋਰਟੈਂਟ ਸੇਜ ਸੀਗਾ ਮਹਾਯਾਨਾ ਫਾਰਮ ਆਫ ਦਾ ਬੁੱਧਿਜ਼ਮ। ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਦੱਸਣਾ ਚਾਹੂੰਗਾ। ਜਿਹੜਾ ਆਪਣਾ ਬੁੱਧਿਜ਼ਮ ਜੋ ਸੀਗਾ, ਜਿਹੜਾ ਬੁੱਧਿਜ਼ਮ ਧਰਮ ਸੀਗਾ ਉਹ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਜੇ ਕਹਿ ਸਕਦੇ ਉਹਦਾ ਬਟਵਾਰਾ ਹੋ ਗਿਆ ਸੀਗਾ। ਇੱਕ ਹੀਨਾਯਾਨਾ ਫਾਰਮ ਆਫ ਬੁੱਧਿਜ਼ਮ, ਇੱਕ ਮਹਾਯਾਨਾ ਫਾਰਮ ਆਫ ਬੁੱਧਿਜ਼ਮ। ਇਹ ਕਦੋਂ ਬਟਵਾਰਾ ਹੋਇਆ ਸੀਗਾ ਅਰਾਊਂਡ 1 BC ਦੇ ਅਰਾਊਂਡ। ਮਤਲਬ ਜਦੋਂ AD ਸਟਾਰਟ ਹੋਣ ਲੱਗਿਆ ਸੀ ਤੇ BC ਖਤਮ ਹੋਣ ਲੱਗਿਆ ਸੀਗਾ ਉਦੋਂ ਇਹ ਬਟਵਾਰਾ ਹੋਇਆ ਸੀਗਾ। ਜਾਂ ਕਹਿ ਸਕਦੇ ਹਾਂ ਜਿਹੜੀ ਥਰਡ ਬੁੱਧਿਸਟ ਕਾਉਂਸਲ ਸੀਗੀ ਉਦੋਂ ਇਹ ਬਟਵਾਰਾ ਹੋਇਆ ਸੀਗਾ। ਇਹ ਸਾਰੀਆਂ ਚੀਜ਼ਾਂ ਆਪਾਂ ਧਿਆਨ ਰੱਖਣੀਆਂ। ਜਿਹੜੀ ਥਰਡ ਬੁੱਧਿਸਟ ਕਾਉਂਸਲ ਹੈ ਕਿਹਦੇ ਮਤਲਬ ਕਿਹੜੇ ਰਾਜੇ ਦੌਰਾਨ ਹੋਈ ਸੀਗੇ ਤੁਸੀਂ ਮੈਨੂੰ ਦੱਸਣਾ ਕਮੈਂਟ ਸੈਕਸ਼ਨ 'ਚ ਦੱਸਣਾ ਤੁਸੀਂ ਮੈਨੂੰ। ਸੋ ਆਪਾਂ ਨੈਕਸਟ ਕੁਐਸਚਨ ਪੜ੍ਹਦੇ ਹਾਂ। ਡਿਊਰਿੰਗ ਦ ਟਾਈਮ ਆਫ ਵਿਚ ਮੁਗਲ ਐਂਪਰਰ ਡਿਡ ਦ ਇੰਗਲਿਸ਼ ਈਸਟ ਇੰਡੀਆ ਕੰਪਨੀ ਇਸਟੈਬਲਿਸ਼ ਇਟਸ ਫਸਟ ਫੈਕਟਰੀ ਇਨ ਇੰਡੀਆ। ਕਿਹੜਾ ਮੁਗਲ ਸ਼ਾਸਕ ਸੀਗਾ ਜਿਹਦੇ ਦੌਰਾਨ ਈਸਟ ਇੰਡੀਆ ਕੰਪਨੀ ਨੇ ਜਾਂ ਕਹਿ ਸਕਦੇ ਅੰਗਰੇਜ਼ਾਂ ਨੇ ਆਪਣੀ ਪਹਿਲੀ ਫੈਕਟਰੀ ਇੰਡੀਆ ਦੇ ਵਿੱਚ ਲਾਈ। ਸੋ ਆਪਣੇ ਕੋਲ ਆਪਸ਼ਨਸ ਹੈ ਅਕਬਰ, ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ। ਪਹਿਲੀ ਵਾਰੀ ਆਏ ਕਿਹਦੇ ਕੋਲ ਸੀਗੇ ਅਕਬਰ ਕੋਲ ਆਏ ਸੀ ਪਰ ਅਕਬਰ ਨੇ ਮਨਾ ਕਰਤਾ ਸੀਗਾ।
जे तुसी साडे मॉडर्न हिस्टरी के लैक्चर पढ़ोगे पेड कोर्सिस दे विच तुसी सारियां चीज़ां जान जाओगे। नैक्सट है जहांगीर, शाहजहाँ, औरंगजेब। शाहजहाँ औरंगजेब तो बहुत लेट आई सी कि एलिमीनेट हो गए। अकबर बारे मैं तुहानूं दसता। सो किहड़ा आंसर बनया? जहांगीर के दौरान पहली फैक्ट्री लाई सी इंग्लिश ने इंडिया दे विच, या कह सकते हैं ईस्ट इंडिया कंपनी दे विच, या कह सकते हैं ब्रिटिशर्स ने। सो आप थोड़ी डेफिनेशनस पढ़ते हैं या एक्सप्लेनेशन पढ़ते हैं। इन AD 1608 कैप्टन विलियम हॉकिंस, ए रिप्रजेंटेटिव ऑफ द ईस्ट इंडिया कंपनी, केम टू जहांगीर कोर्ट। पहला किहड़ा बंदा सीगा जिहड़ा जहांगीर दे कोर्ट दे विच आया सीगा? उहदा आंसर आ जाऊगा कैप्टन विलियम हॉकिंस आया सीगा जहांगीर दे कोर्ट दे विच। इन 1615 सर थॉमस रॉय, एम्बेसडर ऑफ किंग जेम्स ऑफ इंग्लैंड, आल्सो केम टू हिज कोर्ट। Though initially Jahangir resisted, he later on granted a permission to English to establish a trading post at सूरत। ਜਦੋਂ ਪਹਿਲਾਂ ਆਇਆ ਸੀਗਾ ਕੈਪਟਨ ਵਿਲੀਅਮਸ, ਉਦੋਂ ਉਹਨੂੰ ਮਨਾ ਕਰਤਾ ਸੀ ਜਹਾਂਗੀਰ ਨੇ, ਪਰ ਜਦੋਂ ਸਰ ਥਾਮਸ ਰੋ ਆਇਆ ਸੀਗਾ ਤਾਂ ਜਹਾਂਗੀਰ ਉਹਨੂੰ ਹਾਂ ਕਰਤੀ ਸੀ ਸੂਰਤ ਦੇ ਵਿੱਚ ਐਸਟੈਬਲਿਸ਼ ਫੈਕਟਰੀ ਕਰਨ ਵਾਸਤੇ। ਸੂਰਤ ਇਹਨਾਂ ਦੀ ਪਹਿਲੀ ਸੈਟਲਮੈਂਟ ਸੀਗੀ, ਵੇਖਿਆ ਜਾਵੇ ਅੰਗਰੇਜ਼ਾਂ ਦੀ, ਇਹ ਤੁਸੀਂ ਯਾਦ ਰੱਖਣਾ ਹੈ। ਬਾਕੀਆਂ ਦੀ ਜਿਹੜੀ ਸੈਟਲਮੈਂਟਸ ਹੈ ਉਹ ਆਪਣੇ ਲਈ ਬਹੁਤ ਇੰਪੋਰਟੈਂਟ ਹੈ, ਤੁਸੀਂ ਸਾਡੇ ਪੇਡ ਕੋਰਸਿਸ ਦੇ ਵਿੱਚ ਜਾਣ ਸਕਦੇ ਹੋ। ਸੋ ਆਪਾਂ ਨੈਕਸਟ ਪੜ੍ਹਦੇ ਹਾਂ। ਵਿਚ ਵਨ ਆਫ ਦ ਫੋਲੋਇੰਗ ਰਿਵਰਸ ਡਜ਼ ਨੋਟ ਓਰੀਜੀਨੇਟ ਫਰੋਮ ਇੰਡੀਆ। ਕਿਹੜਾ ਇਹ ਜਿਹਾ ਰਿਵਰ ਹੈ ਜੋ ਇੰਡੀਆ 'ਚੋਂ ਓਰੀਜੀਨੇਟ ਨਹੀਂ ਹੁੰਦਾ, ਜਾਂ ਕਹਿ ਸਕਦੇ ਹਾਂ ਜਿਹੜੀ ਉਹਦਾ ਸੋਰਸ ਹੈ ਜਿੱਥੋਂ ਰਿਵਰ ਪ੍ਰੋਡਿਊਸ ਹੋ ਰਿਹਾ ਹੈ ਉਹ ਇੰਡੀਆ ਵਿੱਚ ਹੈ ਨਹੀਂ ਗਾ। ਸੋ ਪਹਿਲਾਂ ਪੜ੍ਹਦੇ ਹਾਂ ਬਿਆਸ ਰਿਵਰ, ਨੈਕਸਟ ਹੈ ਰਾਵੀ, ਫਿਰ ਹੈ ਚਹਿਨਾਬ, ਸਤਲੁਜ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਬਿਆਸ ਰਿਵਰ ਹੈ ਉਹ ਓਰੀਜੀਨੇਟ ਹੁੰਦਾ ਹੈ ਰੋਹਤਾਂਗ ਪਾਸ ਤੋਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲਿਖ ਲਓ ਤੁਸੀਂ। ਅਤੇ ਨੈਕਸਟ ਜਿਹੜਾ ਰਾਵੀ ਰਿਵਰ ਹੈ ਉਹ ਵੀ ਰੋਹਤਾਂਗ ਪਾਸ 'ਚੋਂ ਹੁੰਦਾ ਹੈ। ਨੈਕਸਟ ਹੈ ਚਹਿਨਾਬ ਰਿਵਰ, ਇਹ ਹੁੰਦਾ ਬਾਰਾਲਾਛਾ ਪਾਸ 'ਚੋਂ। ਜਿਹੜਾ ਸਤਲੁਜ ਰਿਵਰ ਹੈ ਉਹ ਓਰੀਜੀਨੇਟ ਹੁੰਦਾ ਰਕਾਸ ਲੇਕ 'ਚੋਂ, ਜੋ ਕਿੱਥੇ ਹੈ? ਉਹ ਹੈ ਤਿੱਬਤ ਦੇ ਵਿੱਚ, ਚਾਈਨਾ ਦੇ ਵਿੱਚ। ਸੋ ਆਪਣਾ ਆਨਸਰ ਬਣ ਜੂਗਾ ਸਤਲੁਜ। ਬਿਆਸ ਕਿੱਥੋਂ ਓਰੀਜੀਨੇਟ ਹੁੰਦਾ ਹੈ? ਰੋਹਤਾਂਗ ਪਾਸ 'ਚੋਂ। ਰਾਵੀ ਰੋਹਤਾਂਗ ਪਾਸ 'ਚੋਂ। ਚਹਿਨਾਬ ਬਾਰਾਲਾਛਾ ਪਾਸ 'ਚੋਂ। ਸਤਲੁਜ ਕਿੱਥੋਂ ਓਰੀਜੀਨੇਟ ਹੁੰਦਾ ਹੈ? ਸਤਲੁਜ ਹੁੰਦਾ ਹੈ ਆਪਣੀ ਰਕਾਸ ਲੇਕ ਤੋਂ। ਰਕਾਸ ਲੇਕ ਕਿੱਥੇ ਹੈ? ਤਿੱਬਤ, ਚਾਈਨਾ ਦੇ। ਮੈਂ ਚਾਹੁੰਦਾ ਕਾਪੀ ਪੈਨ ਆਪਦੇ ਕੋਲ ਰੱਖੋ, ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਦੱਸ ਰਿਹਾ ਉਹਨਾਂ ਨੂੰ ਲਿਖੋ। ਬਾਕੀ ਫਿਰ ਵੀ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆ ਰਹੀ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛੋ, ਤੁਹਾਨੂੰ ਤੁਹਾਡੇ ਜਿਹੜੇ ਰਿਪਲਾਈਜ਼ ਆ ਉਹ ਜ਼ਰੂਰ ਦਿੱਤੇ ਜਾਣਗੇ ਅਤੇ ਸਾਰੀਆਂ ਚੀਜ਼ਾਂ ਜਿਹੜੇ ਤੁਹਾਡੇ ਡਾਊਟਸ ਆ ਉਹ ਕਲੀਅਰ ਕੀਤੇ ਜਾਣਗੇ। ਬਾਕੀ ਤੁਹਾਨੂੰ ਜੇ ਸਾਡਾ ਕੰਟੈਂਟ ਵਧੀਆ ਲੱਗ ਰਿਹਾ ਸਾਡੇ ਪੇਡ ਕੋਰਸਿਸ ਜੁਆਇਨ ਕਰੋ ਜੋ ਲਾਂਚ ਹੋ ਗਿਆ CBC ਐਪ 'ਤੇ। ਸੋ ਆਪਾਂ ਅੱਗੇ ਪੜ੍ਹਦੇ ਹਾਂ। The parliament can make law for the whole or any part of the India for implementing international treaties। ਮੈਂ ਤੁਹਾਨੂੰ ਕੁਐਸਚਨ ਸਮਝਾਉਣਾ ਚਾਹੁੰਦਾ, ਜਿਹੜਾ ਪਾਰਲੀਮੈਂਟ ਹੈ ਉਹ ਆਪਣੇ ਜਿਹੜੇ ਲਾਜ਼ ਹੈ ਕਿਸੇ ਵੀ ਸਟੇਟ ਜਾਂ ਕਿਸੇ ਵੀ ਟੈਰੀਟਰੀਜ਼ 'ਤੇ ਇੰਪਲੀਮੈਂਟ ਕਰ ਸਕਦਾ ਹੈ ਕਿਸੇ ਵੀ ਇੰਟਰਨੈਸ਼ਨਲ ਟਰੀਟੀ ਨੂੰ ਇੰਪਲੀਮੈਂਟ ਕਰਨ ਵਾਸਤੇ। ਸੋ ਇਹਦੇ ਆਪਸ਼ਨਸ ਹੈ ਵਿਦ ਦ ਕੰਸੈਂਟ ਆਫ ਦ ਆਲ ਸਟੇਟਸ, ਵੀ ਆਪਾਂ ਨੂੰ ਉਹਨਾਂ ਨੂੰ ਸਟੇਟਾਂ ਦੀ ਜਿਹੜੀ ਮਨਜ਼ੂਰੀ ਲੈਣੀ ਪਊਗੀ। ਵਿਦ ਦ ਕੰਸੈਪਟ ਆਫ ਦ ਮੈਜੋਰਿਟੀ ਆਫ ਦ ਸਟੇਟ, ਜਾਂ ਉਹਨਾਂ ਦੀ ਮੈਜੋਰਿਟੀ ਜਿਵੇਂ ਕਹਿ ਸਕਦੇ ਅੱਧ +1 ਦੀ ਮਨਜ਼ੂਰੀ ਲੈਣੀ ਪਊਗੀ। ਜਾਂ ਤੀਜਾ ਆਪਸ਼ਨ ਹੈ ਵਿਦ ਦ ਕੰਸੈਂਟ ਆਫ ਦ ਸਟੇਟ ਕੰਸਰਨ, ਜਾਂ ਜਿਹੜੀ ਸਟੇਟ ਦੇ ਵਿੱਚ ਆਪਾਂ ਲਾਅ ਇੰਪਲੀਮੈਂਟ ਕਰਨਾ ਉਹਦੀ ਪਰਮਿਸ਼ਨ ਲੈਣੀ ਪਊਗੀ। ਚੌਥਾ ਆਪਸ਼ਨ ਹੈ ਵਿਦਾਊਟ ਦ ਕੰਸੈਂਟ ਆਫ ਐਨੀ ਸਟੇਟ। ਸੋ ਜਿਹੜਾ ਆਪਣਾ ਚੌਥਾ ਆਪਸ਼ਨ ਹੈ ਉਹੀ ਆਨਸਰ ਹੈ ਵੀ ਕਿਸੇ ਵੀ ਸਟੇਟ ਦੀ ਮਨਜ਼ੂਰੀ ਨਹੀਂ ਲੈਣੀ ਪੈਂਦੀ ਜਦੋਂ ਵੀ ਆਪਾਂ ਕੋਈ ਇੰਟਰਨੈਸ਼ਨਲ ਟਰੀਟੀ ਇੰਪਲੀਮੈਂਟ ਕਰਨੀ ਹੈ। ਜਿਵੇਂ ਕਿ ਆਪਾਂ ਕਹਿ ਸਕਦੇ ਇੰਟਰਨੈਸ਼ਨਲ ਟਰੀਟੀ ਦੇ ਵਿੱਚ ਕੀ ਚੀਜ਼ਾਂ ਆ ਸਕਦੀਆਂ, ਜਿਵੇਂ ਕਿ ਇੰਟਰਨੈਸ਼ਨਲ ਲਾਅ ਹੈ ਕੋਈ, ਜਾਂ ਸਿਵਲ ਆਪਾਂ ਕਹਿ ਸਕਦੇ ਨਿਊਕਲੀਅਰ ਜਿਹੜੀ ਡੀਲ ਹੈ ਆਪਾਂ ਇੰਪਲੀਮੈਂਟ ਕਰਨੀ ਹੈ, ਵੀ ਆਪਾਂ ਕਿੱਥੇ ਨਿਊਕਲੀਅਰ ਪ੍ਰੋਜੈਕਟ ਲਾਉਣਾ ਹੈ, ਜਾਂ ਕਹਿ ਸਕਦੇ ਕਨਵੈਨਸ਼ਨ ਔਨ ਬਾਇਓਡਾਇਵਰਸਿਟੀ ਲਾਉਣੀ ਹੈ। ਵੀ ਸਾਰੀਆਂ ਜਿਹੜੀਆਂ ਇੰਟਰਨੈਸ਼ਨਲ ਟਰੀਟੀਜ਼ ਹੈ ਉਹ ਇੰਪਲੀਮੈਂਟ ਕਰਨ ਵਾਸਤੇ ਆਪਾਂ ਨੂੰ ਸਟੇਟ ਦੀ ਮਨਜ਼ੂਰੀ ਨਹੀਂ ਲੈਣੀ ਪੈਂਦੀ। ਇਹਦੀ ਐਕਸਪਲੇਨੇਸ਼ਨ ਪੜ੍ਹਦੇ ਹਾਂ। Under the Article 253 of Indian Constitution, the Parliament has the power to make any law for the implementing international treaties। ਕਿਹੜੇ ਆਰਟੀਕਲ ਦੇ ਨਾਲ ਇਹ ਚੀਜ਼ਾਂ ਡੀਲ ਕਰਦੀਆਂ ਤਾਂ ਉਹਦਾ ਆਨਸਰ ਆ ਜਾਊਗਾ 253। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ 465 ਆਰਟੀਕਲ ਹੈ, 25 ਪਾਰਟਸ ਹੈ ਅਤੇ 12 ਸਕੈਡਿਊਲਸ ਹੈ। ਆਪਾਂ ਯਾਦ ਰੱਖਣੇ ਕਿੰਨੇ ਸਕੈਡਿਊਲਸ ਹੈ? 12। ਕਿੰਨੇ ਪਾਰਟਸ ਹੈ? 25। ਅਤੇ ਕਿੰਨੇ ਆਰਟੀਕਲ ਹੈ? 465। ਸੋ ਆਪਾਂ ਅੱਗੇ ਪੜ੍ਹਦੇ ਹਾਂ। Thus it can be legislate on the state list in the regard does not require the consent of the all state or the majority of the states। ਸੋ ਆਪਾਂ ਕਹਿ ਸਕਦੇ ਹਾਂ ਵੀ ਸਟੇਟ ਦੀ ਮਨਜ਼ੂਰੀ ਨਹੀਂ ਲੈਣੀ ਪੈਂਦੀ, ਜਾਂ ਕੰਸਰਨ ਦੀ ਸਟੇਟ ਦੀ ਮਨਜ਼ੂਰੀ ਨਹੀਂ ਲੈਣੀ ਪੈਂਦੀ, ਜਾਂ ਕਹਿ ਸਕਦੇ ਹਾਂ ਵੀ ਮੈਜੋਰਿਟੀ ਆਫ ਦਾ ਸਟੇਟ ਦੀ ਮਨਜ਼ੂਰੀ ਨਹੀਂ ਲੈਣੀ ਪੈਂਦੀ। ਪਾਰਲੀਮੈਂਟ ਦੀ ਆਪਣੀ ਮਰਜ਼ੀ ਹੈ ਜਦੋਂ ਮਰਜ਼ੀ ਲਾ ਇੰਪਲੀਮੈਂਟ ਕਰਦੇ। ਸੋ ਕਿਹੜਾ ਆਰਟੀਕਲ ਹੈ? 253। ਸੋ ਇਹ ਚੀਜ਼ਾਂ ਆਪਾਂ ਧਿਆਨ ਰੱਖਣੀ ਹੈ। ਬਾਕੀ ਤੁਸੀਂ ਸਾਡੇ ਪੇਡ ਕੋਰਸਿਸ ਚੱਲ ਰਹੇ ਆ ਉਹਨਾਂ ਵਿੱਚ ਜਾ ਕੇ ਇਨਰੋਲ ਕਰ ਸਕਦੇ ਹੋ। ਅੱਗੇ ਪੜ੍ਹਦੇ ਹਾਂ। ਸੋ ਵਿਚ ਵਨ ਆਫ ਦ ਫੋਲੋਇੰਗ ਇਜ਼ ਦ ਕੰਟੀਨੈਂਟ ਵਿਦ ਦ ਹਾਈਐਸਟ ਮੀਨ ਐਲੀਵੇਸ਼ਨ ਇਨ ਦ ਵਰਲਡ।
एलीवेशन ਹੁੰਦਾ ਜੀ ਜਿਹੜੀ ਸਭ ਤੋਂ ਜ਼ਿਆਦਾ ਉਚਾਈ ਕਿੱਥੇ ਹੈਗੀ ਹੈ ਆਪਣੇ ਜਿਹੜੇ ਬਾਕੀ ਸਾਰੇ ਕੰਟੀਨੈਂਟ ਹੈ ਜਿਹੜੇ ਆਪਸ਼ਨ ਦਿੱਤੇ ਹੋਏ ਆ ਵੀ ਓਵਰਆਲ ਉਚਾਈ ਕਿੱਥੇ ਹੈਗੀ ਹੈ ਜ਼ਿਆਦਾ। ਪਹਿਲਾ ਹੈਗਾ ਅੰਟਾਰਕਟਿਕਾ, ਨੈਕਸਟ ਹੈ ਏਸ਼ੀਆ, ਫਿਰ ਹੈ ਨਾਰਥ ਅਮਰੀਕਾ, ਫਿਰ ਹੈ ਸਾਊਥ ਅਮਰੀਕਾ। ਸੋ ਜਿਹੜੀ ਅੰਟਾਰਕਟਿਕਾ ਦੀ ਉਚਾਈ ਹੈ ਸਭ ਤੋਂ ਉੱਚੀ ਹੈ ਜੀ, ਮਤਲਬ ਜਿਹੜਾ ਉਹਨਾਂ ਦਾ ਐਲੀਵੇਸ਼ਨ ਹੈ ਸਭ ਤੋਂ ਹਾਈ ਹੈ। ਜਿਵੇਂ ਆਪਾਂ ਨੂੰ ਪਤਾ ਹੈ ਕਿ ਅੰਟਾਰਕਟਿਕਾ ਬਹੁਤ ਹੀ ਹਾਈ ਐਲੀਵੇਸ਼ਨਸ 'ਤੇ ਐਜ਼ ਕੰਪੇਅਰ ਟੂ ਦਾ ਅਦਰ ਕੰਟੀਨੈਂਟਸ। ਜਿਵੇਂ ਆਪਾਂ ਇਹਦੇ 'ਚ ਉਹ ਪੜ੍ਹਦੇ ਹਾਂ ਥੋੜ੍ਹੀ ਜਿਹੀ ਇਹਦੀ ਐਕਸਪਲੇਨੇਸ਼ਨ। ਅੰਟਾਰਕਟਿਕਾ ਅਪਰੋਕਸੀਮੇਟਲੀ 2300 ਮੀਟਰ ਦੀ ਉਚਾਈ ਹੈ, ਅਪਰੋਕਸੀਮੇਟਲੀ ਜਾਂ ਕਹਿ ਸਕਦੇ ਜਿਵੇਂ ਆਪਣੀ ਸ਼ਿਮਲਾ ਦੀ ਉਚਾਈ ਓਨੀ ਉਚਾਈ ਹੈ ਜੀ। ਹੈਜ਼ ਦ ਹਾਈਐਸਟ ਮੀਨ ਐਲੀਵੇਸ਼ਨ ਮੀਨ ਮਤਲਬ ਹੋਇਆ ਐਵਰੇਜ ਐਲੀਵੇਸ਼ਨ ਹੈ ਅੰਟਾਰਕਟਿਕਾ ਦੀ 2300 ਮੀਟਰ। ਇਟ ਇਜ਼ ਲੋਕੇਟਿਡ ਇਨ ਦ ਸਾਊਥ ਪੋਲ ਰੀਜਨ ਐਂਡ ਦ ਇਟਸ ਈਸਟਰਨ ਸਾਈਡ ਇਜ਼ ਮੋਰ ਐਲੀਵੇਟਿਡ ਦੈਨ ਦ ਵੈਸਟਰਨ ਸਾਈਡ। ਆਸਟ੍ਰੇਲੀਆ ਹੈਜ਼ ਦ ਲੋਐਸਟ ਐਵਰੇਜ ਹਾਈਟ ਅਬਵ ਦਾ ਸੀ ਲੈਵਲ। ਜਿਹੜੀ ਸਭ ਤੋਂ ਲੋਐਸਟ ਹਾਈਟ ਹੈ ਕੰਟੀਨੈਂਟਸ ਦੇ ਵਿੱਚ ਉਹ ਕਿਹਦੀ ਹੈ? ਆਸਟ੍ਰੇਲੀਆ ਦੀ ਹੈ। ਇਹ ਆਪਾਂ ਯਾਦ ਰੱਖਣੀ ਹੈ। ਸਭ ਤੋਂ ਹਾਈਐਸਟ ਕਿਹਦੀ ਹੈ? ਅੰਟਾਰਕਟਿਕਾ ਦੀ ਹੈ। ਸਭ ਤੋਂ ਲੋਐਸਟ ਕਿਹਦੀ ਹੈ? ਆਸਟ੍ਰੇਲੀਆ ਦੀ ਹੈ। ਜਿੰਨੇ ਵੀ ਤੁਹਾਨੂੰ ਕੁਐਸਚਨ ਕਰਵਾ ਰਹੇ ਆ ਬਹੁਤ ਹੀ ਰੈਲੇਵੈਂਟ ਹੈ ਅਤੇ ਕਿਤੇ ਨਾ ਕਿਤੇ ਪਹਿਲਾਂ ਐਗਜ਼ਾਮਸ ਦੇ ਵਿੱਚ ਆਏ ਹੋਏ ਆ। ਸੋ ਇਹਨਾਂ ਨੂੰ ਧਿਆਨ ਨਾਲ ਕਰੋ ਅਤੇ ਪੈਨ ਕਾਪੀ ਆਪਦੇ ਕੋਲ ਰੱਖੋ। ਅਤੇ ਨੈਕਸਟ ਕੁਐਸਚਨ ਕਰਦੇ ਅੱਜ ਦਾ। ਹਾਂਜੀ, ਨੈਕਸਟ ਕੁਐਸਚਨ ਹੈ ਪੂਨਾ ਪੈਕਟ ਵਾਜ਼ ਦਾ ਸਾਈਨ ਬਿਟਵੀਨ ਦਾ ਬ੍ਰਿਟਿਸ਼ ਗੌਰਮੈਂਟ ਐਂਡ ਦਾ ਮਹਾਤਮਾ ਗਾਂਧੀ ਇਨ 1934 ਪ੍ਰੋਵਾਈਡਿਡ ਫॉर ਦਾ। ਕਿਹਦੇ ਲਈ ਹੋਇਆ ਸੀਗਾ ਪੂਨਾ ਪੈਕਟ? 1934 ਦੇ ਵਿੱਚ ਹੋਇਆ ਸੀ। ਪਹਿਲੀ ਗੱਲ ਤਾਂ ਇਹ ਹੈ ਕਦੋਂ ਹੋਇਆ ਸੀ ਪੂਨਾ ਪੈਕਟ? 1934 ਦੇ ਵਿੱਚ। ਪਹਿਲਾ ਕੁਐਸਚਨ ਤਾਂ ਇੱਥੋਂ ਹੀ ਬਣ ਗਿਆ। ਪੂਨਾ ਪੈਕਟ ਕਦੋਂ ਹੋਇਆ ਸੀਗਾ? 1934 ਦੇ ਵਿੱਚ। ਕਿਹਦੇ ਨਾਲ ਹੋਇਆ ਸੀਗਾ? ਬ੍ਰਿਟਿਸ਼ਰਸ ਦੇ ਨਾਲ ਤੇ ਮਹਾਤਮਾ ਗਾਂਧੀ ਦੇ ਵਿਚਕਾਰ ਹੋਇਆ ਸੀਗਾ ਪੂਨਾ ਪੈਕਟ। ਕਦੋਂ ਹੋਇਆ ਸੀ? 1934 ਦੇ ਵਿੱਚ। ਆਪਾਂ ਅੱਗੇ ਆਪਸ਼ਨ ਪੜ੍ਹਦੇ ਹਾਂ ਵੀ ਕਿਉਂ ਹੋਇਆ ਸੀਗਾ ਪੂਨਾ ਪੈਕਟ। ਸੋ ਆਪਣਾ ਪਹਿਲਾ ਆਪਸ਼ਨ ਹੈ ਕ੍ਰੀਏਸ਼ਨ ਆਫ ਦਾ ਡੋਮੀਨੀਅਨ ਸਟੇਟਸ ਫॉर ਇੰਡੀਆ। ਡੋਮੀਨੀਅਨ ਸਟੇਟਸ ਤੁਹਾਨੂੰ ਪਤਾ ਹੋਊਗਾ ਵੀ ਸੈਲਫ ਗੌਰਮੈਂਟ ਸੈਲਫ ਰੂਲ ਲਈ ਹੁੰਦਾ ਸੀਗਾ ਡੋਮੀਨੀਅਨ ਸਟੇਟਸ। ਨੈਕਸਟ ਆਪਸ਼ਨ ਹੈ ਸੈਪਰੇਟ ਇਲੈਕਟੋਰੇਟਸ ਫॉर ਦਾ ਮੁਸਲਿਮਸ। ਵੀ ਅੱਡ ਜਿਹੜਾ ਮੁਸਲਿਮ ਨੂੰ ਅਧਿਕਾਰ ਹੋਊਗਾ ਵੀ ਮੁਸਲਿਮ ਕੈਂਡੀਡੇਟ ਖੜਾ ਹੋਊਗਾ ਤੇ ਮੁਸਲਿਮ ਨੂੰ ਹੀ ਵੋਟ ਪਾ ਸਕੂਗਾ। ਜਿਹੜੇ ਮੁਸਲਿਮ ਵੋਟ ਪਾਉਣਗੇ ਤੇ ਮੁਸਲਿਮ ਕੈਂਡੀਡੇਟ ਹੀ ਖੜਾ ਹੋਊਗਾ। ਐਵੇਂ ਹੀ ਆਪਸ਼ਨ ਹੈ ਸੈਪਰੇਟ ਇਲੈਕਟੋਰੇਟਸ ਫॉर ਦਾ ਹਰੀਜਨਸ। ਵੀ ਹਰੀਜਨ ਕੈਂਡੀਡੇਟ ਖੜਾ ਹੋਊਗਾ ਤੇ ਹਰੀਜਨ ਹੀ ਉਹਨੂੰ ਵੋਟ ਪਾ ਸਕਣਗੇ। ਪਰ ਪੂਨਾ ਪੈਕਟ ਕੀ ਕਹਿੰਦਾ ਸੀਗਾ? ਜੁਆਇੰਟ ਇਲੈਕਟੋਰੇਟਸ ਵਿਦ ਦਾ ਰਿਜ਼ਰਵੇਸ਼ਨ ਆਫ ਦਾ ਹਰੀਜਨਸ। ਜੀ ਇਹਦਾ ਮਤਲਬ ਕੀ ਹੋਇਆ ਵੀ ਉੱਥੇ ਹਰੀਜਨਸ ਵੀ ਖੜੇ ਹੋ ਸਕਦੇ ਹੈ ਜਾਂ ਕੋਈ ਜਨਰਲ ਕੈਂਡੀਡੇਟ ਵੀ ਖੜਾ ਹੋ ਸਕਦਾ ਹੈ, ਪਰ ਕਿਤੇ ਨਾ ਕਿਤੇ ਹਰੀਜਨਸ ਦੀਆਂ ਜਿਹੜੀਆਂ ਸੀਟਾਂ ਉਹ ਰਿਜ਼ਰਵ ਹੋਣਗੀਆਂ। ਇਹੀ ਸੀਗਾ ਪੂਨਾ ਪੈਕਟ। ਇਹ ਪੂਨਾ ਪੈਕਟ ਕਿਉਂ ਹੋਇਆ ਸੀਗਾ? ਕਿਉਂਕਿ ਸੈਪਰੇਟ ਇਲੈਕਟੋਰੇਟਸ ਹਰੀਜਨਸ ਵਾਸਤੇ ਜਾਂ ਡਿਪਰੈਸਡ ਕਲਾਸਿਸ ਵਾਸਤੇ ਜਿਹੜਾ ਆਪਣੀ 1932 ਦੇ ਵਿੱਚ 3rd ਰਾਊਂਡ ਕਾਨਫਰੰਸ ਹੋਈ ਸੀਗੀ ਉਹਦੇ ਵਿੱਚ ਅਨਾਊਂਸ ਕਰਤਾ ਸੀਗਾ। ਸੋ ਇਸ ਲਈ ਪੂਨਾ ਪੈਕਟ ਹੋਇਆ ਸੀਗਾ ਉਸ ਚੀਜ਼ ਨੂੰ ਖਤਮ ਕਰਨ ਵਾਸਤੇ, ਖਾਰਿਜ ਕਰਨ ਵਾਸਤੇ। ਸੋ ਪੜ੍ਹਦੇ ਹਾਂ ਹੈ ਕੀ ਸੀਗਾ। ਪੂਨਾ ਪੈਕਟ ਸਾਈਨਡ ਵਾਸ ਬਿਟਵੀਨ ਦਾ ਡਾਕਟਰ B.R. ਅੰਬੇਦਕਰ ਐਂਡ ਦਾ ਮਹਾਤਮਾ ਗਾਂਧੀ ਇਨ 1934 ਗਿਵਿੰਗ ਦਾ ਸੈਪਰੇਟ ਇਲੈਕਟੋਰਲ ਟੂ ਦਾ ਦਲਿਤ ਫॉर ਇਲੈਕਟਿੰਗ ਮੈਂਬਰਸ ਆਫ ਦਾ ਸਟੇਟ ਲੈਜਿਸਲੇਟਿਵ ਅਸੈਂਬਲੀ ਇਨ ਦਾ ਬ੍ਰਿਟਿਸ਼ ਇੰਡੀਆ। ਸੋ ਮੈਂ ਤੁਹਾਨੂੰ ਸਮਝਾਤਾ ਵੀ ਜਿਹੜੀ ਹਰੀਜਨਸ ਨੂੰ ਹੈ ਜੁਆਇੰਟ ਇਲੈਕਟੋਰਲ ਦੇਤਾ ਸੀਗਾ ਤੇ ਕਹਿਤਾ ਸੀ ਵੀ ਤੁਹਾਡੀਆਂ ਜਿਹੜੀ ਸੀਟਾਂ ਰਿਜ਼ਰਵ ਹੋਣਗੀਆਂ। ਕਿਹਦੇ ਵਿਚਕਾਰ ਹੋਇਆ ਸੀਗਾ? ਮਹਾਤਮਾ ਗਾਂਧੀ ਤੇ B.R. ਅੰਬੇਦਕਰ ਦੇ ਵਿਚਕਾਰ। ਸੋ ਸਾਰੀਆਂ ਚੀਜ਼ਾਂ ਆਪਾਂ ਧਿਆਨ ਰੱਖਣੀ। ਕਦੋਂ ਹੋਇਆ ਸੀ? 1934 ਦੇ ਵਿੱਚ। ਸੋ ਆਪਾਂ ਅੱਗੇ ਪੜ੍ਹਦੇ ਹਾਂ। ਹੂ ਅਮੰਗ ਆਫ ਦਾ ਫੋਲੋਇੰਗ ਵਾਜ਼ ਐਸੋਸੀਏਟਿਡ ਵਿਦ ਦਾ ਸਸਪੈਂਸ਼ਨ ਔਰ ਸਪਰੈਸ਼ਨ ਆਫ ਦਾ ਠੱਗਸ। ਇਹ 2019 BPSC UPPCS ਦਾ ਕੁਐਸਚਨ ਪੁੱਛਿਆ ਹੋਇਆ ਤੇ UPSC ਨੇ ਵੀ ਇਸ ਕੁਐਸਚਨ ਨੂੰ ਪੁੱਛਿਆ। ਉਮੀਦ ਕਰਦੇ ਹਾਂ ਵੀ ਆਹੀ ਕੁਐਸਚਨ ਜਿਹੜੀ ਆਪਣੀ PPSC ਦਾ ਐਗਜ਼ਾਮ ਆਉਣ ਵਾਲਾ ਹੈ ਉਹਦੇ 'ਚ ਪੁੱਛਿਆ ਜਾ ਸਕਦਾ ਹੈ। ਜਿੰਨੇ ਵੀ ਤੁਹਾਨੂੰ ਕੁਐਸਚਨ ਪੁੱਛ ਰਹੇ ਆ ਕਿਤੇ ਨਾ ਕਿਤੇ ਪੁੱਛੇ ਹੋਏ ਆ ਜਾਂ ਪੁੱਛੇ ਜਾ ਸਕਦੇ ਆ। ਸੋ ਐਵੇਂ ਤੁਹਾਨੂੰ ਕੋਈ ਕੁਐਸਚਨ ਨਹੀਂ ਕਰਵਾਇਆ ਜਾ ਰਿਹਾ। ਸੋ ਪਹਿਲਾ ਆਪਸ਼ਨ ਹੈ ਜਨਰਲ ਹੈਨਰੀ, ਕੈਪਟਨ ਸਿਲੀਮਨ। ਸੋ ਆਪਣਾ ਆਨਸਰ ਹੈ ਕੈਪਟਨ ਸਿਲੀਮਨ। ਬਾਕੀ ਸਾਰੇ ਆਪਸ਼ਨ ਐਲੀਮੀਨੇਟ ਹੋ ਜਾਣਗੇ। ਸੋ ਆਪਾਂ ਥੋੜ੍ਹੀ ਜਿਹੀ ਇਹਦੇ ਐਕਸਪਲੇਨੇਸ਼ਨ ਪੜ੍ਹਦੇ ਹਾਂ। ਸਰ ਵਿਲੀਅਮ ਹੈਨਰੀ ਸਿਲੀਮਨ ਇਜ਼ ਦਾ ਬੈਸਟ ਨੋਨ ਫॉर ਇਜ਼ ਦਾ ਡਿਊਟੀ ਟੂ ਦਾ suppressing the thugs across the country in 1835. He captured the Sayyid Amir Ali and many other notorious leaders. ਹਾਂਜੀ, ਕਿਹਦੇ ਟਾਈਮ ਤੇ ਠੱਗੀ ਸਪਰੈਸ ਕੀਤੀ ਗਈ ਸੀ? ਇਹ ਕੀਤੀ ਗਈ ਸੀ ਵਿਲੀਅਮ ਬੈਂਟਿਕ ਦੇ ਦੌਰਾਨ। ਕਿਹੜਾ ਕਹਿ ਸਕਦੇ ਹਾਂ ਵੀ ਜਰਨਲ ਸੀਗਾ ਜਾਂ ਕਹਿ ਸਕਦੇ ਹਾਂ ਵੀ ਕਿਹਨੇ ਕੀਤੀ ਸੀਗੀ? ਪਰਟੀਕੂਲਰ ਪਰਸਨ ਕੌਣ ਸੀਗਾ? ਤਾਂ ਪਰਸਨ ਸੀਗਾ ਕੈਪਟਨ ਸਲੀਮਨ। ਕੈਪਟਨ ਸਲੀਮਨ ਨੇ ਕੀਤੀ ਸੀ। ਕਿਹਦੇ ਅੰਡਰ ਕੀਤੀ ਸੀਗੀ? ਅੰਡਰ ਵਿਲੀਅਮ ਬੈਂਟਿਕ। ਇਹ ਸਾਰੀ ਚੀਜ਼ਾਂ ਆਪਾਂ ਧਿਆਨ ਰੱਖਣੀਆਂ। ਕਿਹਦੇ ਅੰਡਰ ਕੀਤੀ ਸੀ? ਵਿਲੀਅਮ ਬੈਂਟਿਕ ਦੇ ਅੰਡਰ। ਪ੍ਰੋਪਰ ਪਰਟੀਕੂਲਰ ਪਰਸਨ ਕੌਣ ਸੀਗਾ? ਕੈਪਟਨ ਸਲੀਮਨ। 2019 ਦਾ ਪੁੱਛਿਆ ਹੋਇਆ ਕੁਐਸਚਨ ਹੈ। ਉਮੀਦ ਕਰਦੇ ਹਾਂ PPSC ਵੀ ਇਹਨੂੰ ਪੁੱਛੂਗਾ। ਆਪਾਂ ਅੱਗੇ ਪੜ੍ਹਦੇ ਹਾਂ ਨੈਕਸਟ ਕੁਐਸਚਨ। ਦੂਲ ਹਸਤੀ ਪਾਵਰ ਸਟੇਸ਼ਨ ਇਜ਼ ਬੇਸਡ ਔਨ ਵਿਚ ਆਫ ਦਾ ਫੋਲੋਇੰਗ ਰਿਵਰ। ਸੋ ਰਿਵਰ ਹੈ ਚਹਿਨਾਬ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਚਹਿਨਾਬ ਰਿਵਰ ਤੇ ਹੋਰ ਕਿਹੜੇ ਪ੍ਰੋਜੈਕਟ ਹੈਗੇ ਆ ਜੋ ਆਪਣੇ ਲਈ ਬਹੁਤ ਇੰਪੋਰਟੈਂਟ ਹੈ।
पहला जिहड़ा सब तो ज़्यादा इंपॉर्टेंट है वो है रैटल हाइड्रोइलैक्ट्रिक पावर प्लांट। ਤੁਸੀਂ ਕੋਈ ਨਾ ਕੋਈ ਪੇਪਰ ਚੱਕ ਲਓ, ਤੁਹਾਨੂੰ ਕਿਤੇ ਨਾ ਕਿਤੇ ਮਿਲ ਹੀ ਜਾਊਗਾ। ਰੈਟਲ ਹਾਈਡਰੋਇਲੈਕਟ੍ਰਿਕ ਪਾਵਰ ਪਲਾਂਟ, ਸਲਾਲ ਡੈਮ ਬਹੁਤ ਹੀ ਇੰਪੋਰਟੈਂਟ ਹੈ। ਸਲਾਲ ਡੈਮ ਕਿੱਥੇ ਹੈ? ਚਹਨਾਬ ਰਿਵਰ ਤੇ ਹੈ। ਰੈਟਲ ਹਾਈਡਰੋਇਲੈਕਟ੍ਰਿਕ ਕਿੱਥੇ ਹੈ? ਚਹਨਾਬ ਰਿਵਰ ਤੇ। ਨੈਕਸਟ ਹੈ ਪਕਾਈ ਦੁਲ ਦਮ, ਬਹੁਤ ਹੀ ਇੰਪੋਰਟੈਂਟ ਡੈਮ ਹੈ। ਸਾਰੇ ਜਿੰਨੇ ਵੀ ਤੁਹਾਨੂੰ ਕਰਵਾ ਰਹੇ ਆ ਤੁਸੀਂ ਕਾਪੀ ਤੇ ਲਿਖ ਲਓ ਤੇ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ। ਸੋ ਇਹ ਸੀ ਚਹਨਾਬ ਰਿਵਰ ਤੇ ਜਿਹੜੇ ਪ੍ਰੋਜੈਕਟ ਲਾਏ ਸੀਗੇ। ਸੋ ਆਪਾਂ ਪੜ੍ਹਦੇ ਹਾਂ ਬਿਆਸ ਰਿਵਰ ਤੇ ਕਿਹੜੇ ਕਿਹੜੇ ਪ੍ਰੋਜੈਕਟ ਹੈਗੇ। ਬਿਆਸ ਰਿਵਰ ਤੇ ਜਿਹੜਾ ਮੇਜਰ ਪ੍ਰੋਜੈਕਟ ਲਾਇਆ ਗਿਆ ਉਹ ਹੈ ਪੌਂਗ ਡੈਮ। ਜਿਹੜਾ ਰਾਵੀ ਰਿਵਰ ਤੇ ਸਭ ਤੋਂ ਮੇਜਰ ਪ੍ਰੋਜੈਕਟ ਲਾਇਆ ਹੋਇਆ ਉਹ ਹੈ ਰਣਜੀਤ ਸਾਗਰ ਡੈਮ। ਇਹ ਸਾਰੀਆਂ ਚੀਜ਼ਾਂ ਆਪਾਂ ਧਿਆਨ ਰੱਖਣੀ ਹੈ। ਜਿਹੜਾ ਸਤਲੁਜ ਤੇ ਤੁਹਾਨੂੰ ਪਤਾ ਭਾਖੜਾ ਨੰਗਲ ਪ੍ਰੋਜੈਕਟ ਲਾਇਆ ਹੋਇਆ, ਸਾਰੀ ਚੀਜ਼ਾਂ ਆਪਾਂ ਧਿਆਨ ਰੱਖਣੀ ਹੈ। ਨਾਓ ਵੀ ਆਰ ਐਂਡਿੰਗ ਦਿਸ ਲੈਕਚਰ। ਤੁਹਾਨੂੰ ਸਾਡਾ ਲੈਕਚਰ ਵਧੀਆ ਲੱਗਿਆ ਹੋਵੇ ਤਾਂ ਰਿਵਿਊ ਜ਼ਰੂਰ ਦਿਓ। ਤੇ ਤੁਸੀਂ ਸਾਡੇ ਪੇਡ ਕੋਰਸਿਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ CBC ਐਪ ਨੂੰ ਡਾਊਨਲੋਡ ਕਰੋ ਤੇ ਪੇਡ ਕੋਰਸਿਸ ਨੂੰ ਜੁਆਇਨ ਕਰੋ। ਅਸੀਂ ਜਿਹੜੀਆਂ ਪੰਜਾਬ PCS ਦੀ ਕਲਾਸਿਸ ਹਿੰਦੀ ਪੰਜਾਬੀ ਤੇ ਇੰਗਲਿਸ਼ ਮੀਡੀਅਮ ਦੋਨਾਂ 'ਚ ਪ੍ਰੋਵਾਈਡ ਕਰ ਰਹੇ ਹਾਂ। ਸੋ ਥੈਂਕ ਯੂ ਫॉर ਵਾਚਿੰਗ ਦਿਸ ਲੈਕਚਰ। ਥੈਂਕ ਯੂ।